ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨ। ਪੰਜਾਬੀ ਤੇ ਜਿਨਸੀ ਹਮਲੇ ਦੇ ਦੋਸ਼ ਪੁਲਿਸ ਵੱਲੋਂ 66 ਸਾਲਾ ਵਿਅਕਤੀ ਗ੍ਰਿਫਤਾਰ। ਕੈਨੇਡਾ ਸਰਕਾਰ ਕਰੇਗੀ ਹਥਿਆਰਾਂ ਸੰਬੰਧੀ ਸਖਤੀ, ਆਉਣ ਵਾਲੇ ਦਿਨਾਂ ਵਿੱਚ ਹੋਵੇਗਾ ਐਲਾਨ। ਇਮੀਗ੍ਰੈਂਟਸ ਨੂੰ ਹੋ ਸਕਦੀ ਹੈ ਪਰੇਸ਼ਾਨੀ, ਕਿਊਬਿਕ ਸੂਬੇ ਤੋਂ ਆਈ ਜਾਣਕਾਰੀ। ਐਕਸਪ੍ਰੈਸ ਐਂਟਰੀ ਵਿੱਚ ਬਦਲਾਵ, ਨਵੇਂ ਕੰਮਾਂ ਦੀ ਲਿਸਟ ਜਾਰੀ। ਬ੍ਰਿਟਿਸ਼ ਕੋਲੰਬੀਆ ਫੈਰੀਜ਼ ਵੱਲੋਂ $10,000 ਸਾਈਨ ਇਨ ਬੋਨਸ ਦਾ ਐਲਾਨ। ਸਕਿਲਡ ਵਰਕਰਾਂ ਵਾਸਤੇ ਕੀਤਾ ਗਿਆ ਐਲਾਨ। ਕੈਨੇਡਾ ਵਿੱਚ ਇੱਕ ਪੰਜਾਬੀ ਦੇ ਜਿਨਸੀ ਹਮਲੇ ਦੇ ਦੋਸ਼ ਲੱਗੇ ਨੇ, ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਇਸ ਵਿਅਕਤੀ ਦੀ ਉਮਰ 66 ਸਾਲ ਦੇ ਕਰੀਬ ਦੱਸੀ ਗਈ, ਜਿਸ ਦੀ ਪਹਿਚਾਣ ਵੀ ਪੁਲਿਸ ਨੇ ਜਨਤਕ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਡਰਾਈਵਿੰਗ ਸਕੂਲ ਦਾ ਮਾਲਕ ਹੈ, ਜਿਸ ਵੱਲੋਂ ਔਰਤ ਤੇ ਜਿਨਸੀ ਹਮਲਾ ਕੀਤਾ ਗਿਆ। ਬਰੈਂਪਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਜਿਨਸੀ ਹਮਲੇ ਦੇ ਦੋਸ਼ਾਂ ਹੇਠ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਵਿਅਕਤੀ ਡਰਾਈਵਿੰਗ ਸਕੂਲ ਦਾ ਮਾਲਕ ਦੱਸਿਆ ਜਾ ਰਿਹਾ ਹੈ, ਜਿਸ ਦੀ ਪਹਿਚਾਣ ਵੀ ਪੁਲਿਸ ਨੇ ਜਨਤਕ ਕੀਤੀ। ਇਸ ਦਾ ਨਾਮ ਜਸਵੀਰ ਸਿੰਘ ਦੇ ਤੌਰ ਤੇ ਉੱਪਰ ਦੱਸਿਆ ਗਿਆ, ਜਿਸ ਦੀ ਉਮਰ 66 ਸਾਲ ਦੇ ਕਰੀਬ ਹੈ। ਪੀਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਨ੍ਹਾਂ ਦੱਸਿਆ ਕਿ ਬਰੈਂਪਟਨ ਵਿੱਚ ਇੱਕ ਡਰਾਈਵਿੰਗ ਸਕੂਲ ਦੇ ਮਾਲਕ ਵੱਲੋਂ ਇੱਕ ਔਰਤ ਤੇ ਜਿਨਸੀ ਹਮਲਾ ਕੀਤਾ ਗਿਆ, ਜਿਸ ਦੇ ਦੋਸ਼ਾਂ ਤਹਿਤ ਇਸ ਵਿਅਕਤੀ ਨੂੰ ਚਾਰਜ ਕੀਤਾ ਗਿਆ ਤੇ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸ ਦੀ ਪਹਿਚਾਣ ਜਸਵੀਰ ਸਿੰਘ ਦੇ ਤੌਰ ਤੇ ਉੱਪਰ ਤੇ ਉਮਰ 66 ਸਾਲ ਦੇ ਕਰੀਬ ਦੱਸੀ ਗਈ। ਪੁਲਿਸ ਵੱਲੋਂ ਹੁਣ ਮਾਮਲੇ ਸੰਬੰਧੀ ਇੱਕ ਰਿਲੀਜ਼ ਜਾਰੀ ਕੀਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ 31 ਅਕਤੂਬਰ 2021 ਦੌਰਾਨ ਇਸ ਸਸਪੈਕਟ ਵੱਲੋਂ 52 ਸਾਲਾ ਔਰਤ ਦੇ ਉੱਪਰ ਜਿਨਸੀ ਹਮਲਾ ਕੀਤਾ ਗਿਆ। ਇਸ ਸਸਪੈਕਟ ਅਤੇ ਪੀੜਤ ਔਰਤ ਡਰਾਈਵਿੰਗ ਸਕੂਲ ਵਿੱਚ ਹੀ ਇੱਕ ਦੂਸਰੇ ਨੂੰ ਮਿਲੇ ਸਨ। ਦੱਸੀਏ ਕਿ 8 ਅਗਸਤ 2022 ਨੂੰ ਜਸਵੀਰ ਸਿੰਘ ਦੀ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ੀ ਹੋਵੇਗੀ, ਜਿਸ ਬਾਰੇ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ। ਪੁਲਿਸ ਮੁਤਾਬਕ ਅਜੇ ਉਨ੍ਹਾਂ ਵੱਲੋਂ ਵਧੇਰੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਨਾਲ ਜੁੜੇ ਹੋਏ ਹੋਰ ਵੀ ਪੀੜਤ ਹੋ ਸਕਦੇ ਨੇ। ਪੁਲਿਸ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਨ੍ਹਾਂ ਨਾਲ ਜ਼ਰੂਰ ਸੰਪਰਕ ਕਰਨ। ਟੈਕਸਸ ਦੇ ਵਿੱਚ ਹੋਏ ਗੋਲੀਬਾਰੀ ਦੇ ਹਮਲੇ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਵੱਲੋਂ ਵੀ ਹਥਿਆਰਾਂ ਸੰਬੰਧੀ ਸਖਤੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਾਲ ਹੀ ਵਿੱਚ ਇੱਕ ਸੰਕੇਤ ਦਿੱਤਾ ਗਿਆ ਕਿ ਜਲਦ ਇਸ ਬਾਰੇ ਐਲਾਨ ਹੋ ਜਾਵੇਗਾ ਤੇ ਹਥਿਆਰਾਂ ਸੰਬੰਧੀ ਸਖਤੀ ਕੀਤੀ ਜਾਵੇਗੀ। ਫੈਡਰਲ ਸਰਕਾਰ ਵੱਲੋਂ ਨਵਾਂ ਫਾਇਰਆਰਮ ਲੈਜਿਸਲੇਸ਼ਨ ਜਲਦ ਹੀ ਟੇਬਲ ਕੀਤਾ ਜਾਵੇਗਾ, ਜਿਸ ਬਾਰੇ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਮਾਰਕੋ ਮੈਡੀਸੀਨੋ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸੋਮਵਾਰ ਵਾਲੇ ਦਿਨ ਜਾਣੀ ਕਿ 30 ਮਈ ਨੂੰ ਟੇਬਲ ਕੀਤਾ ਜਾਵੇਗਾ। ਮੰਤਰੀ ਵੱਲੋਂ ਇਸ ਨਵੇਂ ਬਿੱਲ ਸੰਬੰਧੀ ਨੋਟਿਸ ਦਿੱਤਾ ਗਿਆ, ਜਿਸ ਨੂੰ ਐਨ ਐਕਟ ਟੂ ਅਮੈਂਡ ਸਰਟਨ ਐਕਟਸ ਐਂਡ ਟੂ ਮੇਕ ਸਰਟਨ ਕੌਨਸੀਕੁਐਂਸ਼ਨਲ ਅਮੈਂਡਮੈਂਟਸ ਦਾ ਟਾਈਟਲ ਦਿੱਤਾ ਗਿਆ ਹੈ। ਦੱਸੀਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਸੰਕੇਤ ਦਿੱਤਾ ਗਿਆ ਸੀ ਕਿ ਹੁਣ ਸਰਕਾਰ ਵੱਲੋਂ ਨਵੀਂ ਗਨ ਕੰਟਰੋਲ ਮੈਸ਼ਰ ਸੰਬੰਧੀ ਕੁਝ ਕਦਮ ਚੁੱਕੇ ਜਾ ਰਹੇ ਨੇ। ਉਨ੍ਹਾਂ ਵੱਲੋਂ ਸੰਕੇਤ ਦਿੱਤਾ ਗਿਆ ਸੀ ਕਿ ਆਉਣ ਵਾਲੇ ਹਫ਼ਤਿਆਂ ਦੌਰਾਨ ਇਸ ਸੰਬੰਧੀ ਕੋਈ ਵੱਡਾ ਐਲਾਨ ਹੋਵੇਗਾ। ਹੁਣ ਜੋ ਨਵਾਂ ਬਿੱਲ ਲਿਆਂਦਾ ਜਾਵੇਗਾ, ਇਸ ਵਿੱਚ ਕਾਫੀ ਚੀਜ਼ਾਂ ਸ਼ਾਮਿਲ ਕੀਤੀਆਂ ਜਾਣਗੀਆਂ, ਜਿਸ ਵਿੱਚ ਪ੍ਰੋਵਿੰਸਸ ਅਤੇ ਟੈਰੀਟਰੀਜ਼ ਨੂੰ ਫੰਡ ਦੇਣਾ ਵੀ ਸ਼ਾਮਿਲ ਹੋਵੇਗਾ। ਜਿੱਥੇ ਹੈਂਡਗਨਸ ਨੂੰ ਬੈਨ ਕਰਨ ਸੰਬੰਧੀ ਪ੍ਰੋਵਿੰਸਸ ਅਤੇ ਟੈਰੀਟਰੀਜ਼ ਨੂੰ ਫੰਡ ਦਿੱਤਾ ਜਾਵੇਗਾ। ਫਾਇਰਆਰਮ ਟ੍ਰੈਫਿਕਿੰਗ ਅਤੇ ਸਮਗਲਿੰਗ ਦੇ ਸੰਬੰਧ ਵਿੱਚ ਜ਼ਿਆਦਾ ਪੈਨਲਟੀਜ਼ ਲਗਾਉਣਾ ਵੀ ਇਸ ਵਿੱਚ ਸ਼ਾਮਿਲ ਕੀਤਾ ਜਾਵੇਗਾ। ਦੱਸੀਏ ਕਿ ਪਿਛਲੇ ਦਿਨੀ ਟੈਕਸਸ ਤੋਂ ਇੱਕ ਮਾਸ ਸ਼ੂਟਿੰਗ ਦਾ ਮਾਮਲਾ ਸਾਹਮਣੇ ਆਇਆ, ਜਿਸ ਵਿੱਚ 21 ਜਾਣਿਆਂ ਦੀ ਜਾਨ ਚਲੀ ਗਈ। ਹੁਣ ਇਸ ਤੋਂ ਬਾਅਦ ਕੈਨੇਡਾ ਵਿੱਚ ਵੀ ਗਨ ਕਲਚਰ ਸੰਬੰਧੀ ਕੁਝ ਖਾਸ ਕਦਮ ਚੁੱਕੇ ਜਾਣਗੇ, ਜਿਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਸੰਕੇਤ ਦਿੱਤਾ ਗਿਆ ਸੀ। ਕਿਊਬਿਕ ਸੂਬੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਨਵੇਂ ਬਿੱਲ ਕਾਰਨ ਇਮੀਗ੍ਰੈਂਟਸ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਵਾਸਤੇ ਫ੍ਰੈਂਚ ਭਾਸ਼ਾ ਜ਼ਰੂਰੀ ਹੈ, ਜਿਸ ਕਾਰਨ ਉਨ੍ਹਾਂ ਨੂੰ ਬੇਸਿਕ ਰਾਈਟ ਸੰਬੰਧੀ ਵੀ ਸਮੱਸਿਆ ਆਵੇਗੀ। ਕੀ ਹੈ ਪੂਰੀ ਜਾਣਕਾਰੀ, ਦੱਸਾਂਗੇ ਇਸ ਖਬਰ ਵਿੱਚ। ਕਿਊਬਿਕ ਵਿੱਚ ਨਵੇਂ ਲੈਂਗੁਏਜ ਲਾਅ ਮੁਤਾਬਕ ਇਮੀਗ੍ਰੈਂਟਸ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੁਣ ਜਿਹੜੇ ਗਰੁੱਪ ਇਮੀਗ੍ਰੈਂਟਸ, ਮਾਈਗ੍ਰੈਂਟ ਵਰਕਰ ਅਤੇ ਰਿਫਿਊਜੀਆਂ ਦੀ ਮਦਦ ਕਰਨ ਵਾਲੇ ਨੇ, ਉਹਨਾਂ ਦਾ ਕਹਿਣਾ ਹੈ ਕਿ ਆਪਣੇ ਬੇਸਿਕ ਰਾਈਟਸ ਵਾਸਤੇ ਵੀ ਇਮੀਗ੍ਰੈਂਟਸ ਨੂੰ ਸਟਰਗਲ ਕਰਨਾ ਪਵੇਗਾ। ਇਸ ਲਾਅ ਮੁਤਾਬਕ ਕੋਰਟ ਅਤੇ ਪਬਲਿਕ ਸਰਵਿਸਿਜ਼ ਵਿੱਚ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਲਿਮਿਟ ਕੀਤੀ ਜਾਵੇਗੀ। ਛੋਟੇ ਬਿਜ਼ਨਸ ਅਤੇ ਮਿਊਨਿਸਪੈਲਿਟੀਜ਼ ਵਿੱਚ ਹੁਣ ਲੈਂਗੁਏਜ ਦੀਆਂ ਜ਼ਰੂਰਤਾਂ ਨੂੰ ਹੋਰ ਵੀ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਜਿਹੜੇ ਵੀ ਇਮੀਗ੍ਰੈਂਟਸ ਇੱਥੇ ਸੂਬੇ ਵਿੱਚ ਆਉਣਗੇ, ਉਹਨਾਂ ਵਾਸਤੇ ਫ੍ਰੈਂਚ ਸਿੱਖਣਾ ਜ਼ਰੂਰੀ ਹੋਵੇਗਾ, ਜੋ ਕਿ ਅਰਾਈਵਲ ਦੇ 6 ਮਹੀਨਿਆਂ ਦੌਰਾਨ ਹੀ ਜ਼ਰੂਰੀ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਸ ਬਾਰੇ ਕਮਿਊਨਿਟੀ ਵਰਕਰਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਪਰੇਸ਼ਾਨੀ ਆਵੇਗੀ।
ਇਸ ਬਾਰੇ ਇੱਥੋਂ ਦੇ ਪ੍ਰੀਮੀਅਰ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਹੜੇ ਇਮੀਗ੍ਰੈਂਟਸ ਨੂੰ ਸੂਬੇ ਵਿੱਚ ਐਕਸੈਪਟ ਕੀਤਾ ਹੋਵੇ ਉਨ੍ਹਾਂ ਨੂੰ ਪਹਿਲਾਂ ਹੀ ਫ੍ਰੈਂਚ ਭਾਸ਼ਾ ਬੋਲਣੀ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਲੈਕਟਡ ਇਮੀਗ੍ਰੈਂਟਸ ਦਾ ਪੋਰਸ਼ਨ 55% ਤੋਂ 84% ਕਰ ਦਿੱਤਾ ਗਿਆ। ਇਹ ਉਨ੍ਹਾਂ ਵਾਸਤੇ ਹੈ ਜਿਹੜੇ ਫ੍ਰੈਂਚ ਭਾਸ਼ਾ ਬੋਲਦੇ ਹਨ। ਦੂਜੇ ਪਾਸੇ ਫੈਡਰਲ ਸਰਕਾਰ ਵੱਲੋਂ ਸੂਬੇ ਵਿੱਚ ਜਿਹੜੇ ਫ੍ਰੈਂਚ ਸਪੀਕਿੰਗ ਇਮੀਗ੍ਰੈਂਟਸ ਨੂੰ ਐਕਸੈਪਟ ਕੀਤਾ ਜਾਂਦਾ ਹੈ ਉਹਨਾਂ ਦਾ ਅੰਕੜਾ 50% ਹੈ। ਐਕਸਪ੍ਰੈਸ ਐਂਟਰੀ ਵਿੱਚ ਬਦਲਾਅ ਕੀਤੇ ਜਾਣਗੇ ਜਿਹੜੇ ਅਕਤੂਬਰ ਮਹੀਨੇ ਵਿੱਚ ਲਾਗੂ ਹੋਣ ਜਾ ਰਹੇ ਨੇ। ਲਿਸਟ ਵਿੱਚ ਕੁਝ ਨਵੇਂ ਕੰਮ ਵੀ ਜਾਰੀ ਕੀਤੇ ਗਏ ਹਨ। ਇਹ ਲਿਸਟ ਜੋ IRCC ਵੱਲੋਂ ਦਿੱਤੀ ਗਈ ਤੁਹਾਨੂੰ ਦੱਸਾਂਗੇ ਇਸ ਦੀ ਡਿਟੇਲ ਖਬਰ ਵਿੱਚ। ਐਕਸਪ੍ਰੈਸ ਐਂਟਰੀ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਜਿੱਥੇ ਦੱਸਿਆ ਗਿਆ ਕਿ 16 NOC ਆਕਿਊਪੇਸ਼ਨ ਹੁਣ ਐਕਸਪ੍ਰੈਸ ਐਂਟਰੀ ਵਾਸਤੇ ਐਲੀਜੀਬਲ ਹੋਣਗੇ। ਇਹਨਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ ਜੋ ਕਿ ਅਕਤੂਬਰ-ਨਵੰਬਰ 2022 ਤੋਂ ਇੰਪਲੀਮੈਂਟ ਹੋਣ ਜਾ ਰਹੇ ਨੇ। ਇਹ ਜਾਣਕਾਰੀ ਇੱਕ IRCC ਦੇ ਨਵੇਂ ਮੈਮੋ ਤੋਂ ਸਾਹਮਣੇ ਆਈ ਜਿੱਥੇ ਨਵੇਂ NOC 2021 ਬਾਰੇ ਡਿਟੇਲ ਸਾਂਝੀ ਕੀਤੀ ਗਈ ਹੈ। ਲਿਸਟ ਮੁਤਾਬਕ ਜਿਹੜੇ 16 NOC ਆਕਿਊਪੇਸ਼ਨ ਲਾਗੂ ਹੋਣਗੇ ਉਹਨਾਂ ਦੇ ਨਾਮ ਕੁਝ ਇਸ ਪ੍ਰਕਾਰ ਨੇ: payroll administrators, dental assistants and dental laboratory assistants, nurse aides, order lines and patient service associates, pharmacy technical assistants and pharmacy assistants, elementary and secondary school teacher assistants, sheriffs and bailiffs, correctional service officers, by law enforcement and other regulatory officers, electrologist and related occupations, residential and commercial installers and servicers, pest controllers and fumigators, other repairers and servicers, transport truck drivers, bus drivers, subway operators and other transit operators, heavy equipment operators, ਇਸ ਤੋਂ ਇਲਾਵਾ aircraft assemblers and aircraft assembly inspectors। ਇਸ ਤੋਂ ਇਲਾਵਾ 12 ਉਹਨਾਂ ਆਕਿਊਪੇਸ਼ਨ ਦੀ ਲਿਸਟ ਵੀ ਜਾਰੀ ਕੀਤੀ ਗਈ ਹੈ ਜੋ ਕਿ ਟੀਅਰ 4 ਤੋਂ ਟੀਅਰ 5 ਵਿੱਚ ਸ਼ਿਫਟ ਹੋਣ ਜਾ ਰਹੇ ਨੇ। ਇਹਨਾਂ ਦੇ ਨਾਮ ਕੁਝ ਇਸ ਤਰ੍ਹਾਂ ਨੇ: ਪੈਟ ਗਰੂਮਰਸ ਐਂਡ ਐਨੀਮਲ ਕੇਅਰ ਵਰਕਰਸ, ਅਦਰ ਸਪੋਰਟ ਆਕਿਊਪੇਸ਼ਨਸ ਇਨ ਪਰਸਨਲ ਸਰਵਿਸਿਜ਼, ਲੌਂਗਸ਼ੋਰ ਵਰਕਰਸ, ਮਟੀਰੀਅਲ ਹੈਂਡਲਰਸ, ਟੈਕਸੀ ਐਂਡ ਲਿਮੂਜ਼ਿਨ ਡਰਾਈਵਰਸ, delivery service drivers and door-to-door distributors, boat and cable ferry operators and related occupations, livestock laborers, nursery and greenhouse laborers, trappers and hunters, food and beverage servicers, laborer in textile processing and cutting। ਬ੍ਰਿਟਿਸ਼ ਕੋਲੰਬੀਆ ਫੈਰੀਜ਼ ਵੱਲੋਂ $10,000 ਦੀ ਸਾਈਨ ਇਨ ਬੋਨਸ ਦਾ ਐਲਾਨ ਕੀਤਾ ਗਿਆ। ਸਕਿਲਡ ਵਰਕਰਸ ਨੂੰ ਆਕਰਸ਼ਿਤ ਕਰਨ ਵਾਸਤੇ ਇਹ ਕਦਮ ਚੁੱਕਿਆ ਜਾ ਰਿਹਾ ਹੈ। ਹੁਣ CEO ਅਤੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਜਿਹੜੇ ਸਕਿਲਡ ਵਰਕਰਸ ਨੇ ਉਹਨਾਂ ਨੂੰ ਭਰਤੀ ਕਰਨ ਵਿੱਚ ਸਮੱਸਿਆ ਆ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਫੈਰੀਜ਼ ਵੱਲੋਂ ਸਕਿਲਡ ਵਰਕਰਸ ਨੂੰ ਅਟਰੈਕਟ ਕਰਨ ਵਾਸਤੇ ਕੁਝ ਖਾਸ ਕਦਮ ਚੁੱਕੇ ਜਾ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਫੈਰੀਜ਼ ਵੱਲੋਂ ਹੁਣ ਸਕਿਲਡ ਵਰਕਰਸ ਨੂੰ ਆਕਰਸ਼ਿਤ ਕਰਨ ਵਾਸਤੇ $10,000 ਦਾ ਸਾਈਨ ਇਨ ਬੋਨਸ ਆਫਰ ਕੀਤਾ ਜਾ ਰਿਹਾ ਹੈ। ਦਰਅਸਲ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਫੈਰੀਜ਼ ਨੂੰ ਕੁਝ ਜ਼ਰੂਰੀ ਇੰਜੀਨੀਅਰਿੰਗ ਪੋਜੀਸ਼ਨਸ ਭਰਨ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਉਹ $10,000 ਦਾ ਸਾਈਨ ਇਨ ਬੋਨਸ ਆਫਰ ਕਰ ਰਹੇ ਨੇ। ਮੌਜੂਦਾ ਸਮੇਂ ਵਰਕਫੋਰਸ 5,400 ਤੋਂ ਜ਼ਿਆਦਾ ਹੈ ਪਰ ਦੂਜੇ ਪਾਸੇ ਕੰਪਨੀ ਦੇ ਪ੍ਰੈਜ਼ੀਡੈਂਟ ਅਤੇ CEO ਕਹਿ ਰਹੇ ਨੇ ਕਿ ਜਿਹੜੀਆਂ ਸੀਨੀਅਰ ਰੋਲਸ ਨੇ ਉਹਨਾਂ ਨੂੰ ਭਰਨ ਵਿੱਚ ਕਾਫੀ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਖਾਸ ਤੌਰ ਦੇ ਉੱਪਰ ਲਾਇਸੈਂਸਡ ਅਤੇ ਸਰਟੀਫਾਈਡ ਰੋਲਸ ਸੰਬੰਧੀ ਉਹਨਾਂ ਨੂੰ ਦਿੱਕਤ ਆ ਰਹੀ ਹੈ। ਪ੍ਰੈਜ਼ੀਡੈਂਟ ਅਤੇ CEO ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਕਰਮਚਾਰੀਆਂ ਨੂੰ ਅਟਰੈਕਟ ਕਰਨਾ ਕਾਫੀ ਜ਼ਿਆਦਾ ਔਖਾ ਹੋ ਰਿਹਾ ਹੈ। ਇਸ ਸਮੇਂ ਬਹੁਤ ਸਾਰੀਆਂ ਸ਼ਿਪਿੰਗ ਕੰਪਨੀਆਂ ਅਜਿਹੀਆਂ ਨੇ ਜਿਨ੍ਹਾਂ ਨੂੰ ਸਪਲਾਈ ਚੇਨ ਚੈਲੰਜਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਹਰ ਕੋਈ ਚਾਹੁੰਦਾ ਹੈ ਕਿ ਉਹ ਨੌਕਰੀ ਤੇ ਕਰਮਚਾਰੀਆਂ ਨੂੰ ਰੱਖੇ। ਇੱਥੇ ਜਾਣਕਾਰੀ ਲਈ ਦੱਸ ਦਈਏ ਕਿ ਨਵੰਬਰ ਮਹੀਨੇ ਦੌਰਾਨ ਵਿਕਟੋਰੀਆ ਪੁਲਿਸ ਵੱਲੋਂ $20,000 ਦਾ ਸਾਈਨ ਇਨ ਬੋਨਸ ਆਫਰ ਕੀਤਾ ਜਾ ਰਿਹਾ ਸੀ। ਇਹ ਉਹਨਾਂ ਵੱਲੋਂ ਐਕਸਪੀਰੀਐਂਸਡ ਪੁਲਿਸ ਆਫੀਸਰਸ ਵਾਸਤੇ ਸੀ ਤੇ ਇਸ ਤੋਂ ਬਾਅਦ ਉਹਨਾਂ ਨੂੰ ਕੁਝ ਹਫ਼ਤਿਆਂ ਵਿੱਚ ਹੀ 40 ਤੋਂ ਵੱਧ ਅਰਜ਼ੀਆਂ ਹਾਸਲ ਹੋਈਆਂ। ਇੱਥੇ ਦੱਸਣਯੋਗ ਹੈ ਕਿ ਸਟੈਟਿਸਟਿਕਸ ਕੈਨੇਡਾ ਵੱਲੋਂ ਅਪ੍ਰੈਲ ਮਹੀਨੇ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਵਿੱਚ ਦੱਸਿਆ ਕਿ ਟੋਰਾਂਟੋ ਵਿੱਚ ਬੇਰੁਜ਼ਗਾਰੀ ਦਰ 6.3% ਦੇ ਉੱਪਰ ਹੈ। ਵੈਨਕੂਵਰ ਵਾਸਤੇ ਇਹ ਅੰਕੜਾ 5.4% ਤੇ ਕਿਲੋਨਾ ਵਾਸਤੇ 5.3% ਦਾ ਦੱਸਿਆ ਗਿਆ। ਨਨਾਈਮੋ ਵਿੱਚ ਅਨਇੰਪਲੋਇਮੈਂਟ ਰੇਟ 4.5%, ਵਿਕਟੋਰੀਆ ਵਿੱਚ 4.4% ਦੱਸਿਆ ਗਿਆ।
ਹੁਣ ਵੱਖ-ਵੱਖ ਸੈਕਟਰਸ ਦੇ ਵਿੱਚ ਜੋ ਲੇਬਰ ਦੀ ਘਾਟ ਨਜ਼ਰ ਆ ਰਹੀ ਹੈ ਉਸ ਨੂੰ ਵੀ ਪੂਰਾ ਕਰਨ ਸੰਬੰਧੀ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ। ਇਸੇ ਕੜੀ ਤਹਿਤ ਹੀ ਬ੍ਰਿਟਿਸ਼ ਕੋਲੰਬੀਆ ਫੈਰੀਜ਼ ਵੱਲੋਂ ਇਹ ਦੱਸਿਆ ਗਿਆ ਕਿ ਕਿਵੇਂ ਉਹਨਾਂ ਨੂੰ ਸਕਿਲਡ ਵਰਕਰਸ ਹਾਇਰ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ। ਕਿਊਬਿਕ ਦੇ ਮਸਜਿਦ ਦੇ ਦੋਸ਼ੀ ਬਾਰੇ ਜਾਣਕਾਰੀ ਸਾਹਮਣੇ ਆਈ, ਜਿਸ ਸੰਬੰਧੀ ਸੁਪਰੀਮ ਕੋਰਟ ਵੱਲੋਂ ਫੈਸਲਾ ਸੁਣਾਇਆ ਗਿਆ। ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਇਹ ਕਦੋਂ ਪੈਰੋਲ ਵਾਸਤੇ ਹੱਕਦਾਰ ਹੋਵੇਗਾ। ਸੁਪਰੀਮ ਕੋਰਟ ਵੱਲੋਂ ਇਸ ਬਾਰੇ ਕੀ ਜਾਣਕਾਰੀ ਦਿੱਤੀ ਗਈ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕਿਊਬਿਕ ਮਸਜਿਦ ਹਮਲੇ ਦੇ ਦੋਸ਼ੀ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਕਿਊਬਿਕ ਮਸਜਿਦ ਹਮਲੇ ਦਾ ਦੋਸ਼ੀ 25 ਸਾਲ ਤੋਂ ਬਾਅਦ ਹੀ ਪੈਰੋਲ ਵਾਸਤੇ ਯੋਗ ਹੋਵੇਗਾ। ਇਹ ਫੈਸਲਾ ਸੁਪਰੀਮ ਕੋਰਟ ਵੱਲੋਂ ਸੁਣਾਇਆ ਗਿਆ। ਫੈਸਲਾ ਸੁਣਾਉਂਦਿਆਂ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਕਿਊਬਿਕ ਦੀ ਮਸਜਿਦ ਵਿੱਚ 6 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲਾ ਵਿਅਕਤੀ ਪੈਰੋਲ ਦੇ ਯੋਗ ਹੋਣ ਵਾਸਤੇ 25 ਸਾਲ ਤੋਂ ਵੱਧ ਉਡੀਕ ਨਹੀਂ ਕਰ ਸਕਦਾ। 29 ਜਨਵਰੀ 2017 ਨੂੰ ਕਿਊਬਿਕ ਸਿਟੀ ਦੇ ਇਸਲਾਮਿਕ ਕਲਚਰਲ ਸੈਂਟਰ ਮਸਜਿਦ ਵਿਖੇ ਇਸ ਵਿਅਕਤੀ ਵੱਲੋਂ ਗੋਲੀਆਂ ਨਾਲ ਹਮਲਾ ਕੀਤਾ ਗਿਆ ਸੀ। ਇਸ ਵਿਅਕਤੀ ਵੱਲੋਂ 6 ਕਤਲ ਅਤੇ 6 ਇਰਾਦਾਈ ਕਤਲਾਂ ਦੇ ਦੋਸ਼ਾਂ ਨੂੰ ਕਬੂਲ ਕੀਤਾ। ਇਸ ਸੰਬੰਧੀ ਵਕੀਲ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸੁਪਰੀਮ ਕੋਰਟ ਵਿੱਚ ਇਸ ਵਿਅਕਤੀ ਦੀ ਉਮਰ ਕੈਦ ਦੀ ਸਜ਼ਾ ਦੌਰਾਨ ਉਸਦੇ ਪੈਰੋਲ ਦੇ ਯੋਗ ਹੋਣ ਦੀ ਘੱਟੋ-ਘੱਟ 50 ਸਾਲ ਦੇ ਸਮੇਂ ਦੀ ਮੰਗ ਕੀਤੀ ਗਈ ਸੀ। ਵੀਰਵਾਰ ਨੂੰ 9 ਜੱਜਾਂ ਵੱਲੋਂ ਸਰਬਸੰਮਤੀ ਨਾਲ ਫੈਸਲਾ ਸੁਣਾਇਆ ਗਿਆ। ਇਸ ਸਭ ਬਾਰੇ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਇਹ ਫੈਸਲਾ ਮਨੁੱਖੀ ਜ਼ਿੰਦਗੀ ਦੀ ਕੀਮਤ ਬਾਰੇ ਨਹੀਂ, ਸਗੋਂ ਅਪਰਾਧੀਆਂ ਨੂੰ ਸਜ਼ਾ ਦੇਣ ਦੀਆਂ ਸ਼ਕਤੀਆਂ ਦੀ ਸੀਮਾ ਬਾਰੇ ਹੈ। ਫੈਸਲਾ ਸੁਣਾਉਂਦਿਆਂ ਕੈਨੇਡਾ ਦੀ ਸੁਪਰੀਮ ਕੋਰਟ ਅਪੀਲ ਕੋਰਟ ਦੇ ਫੈਸਲੇ ਨਾਲ ਸਹਿਮਤ ਹੋਈ ਹੈ। ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਵੱਲੋਂ ਗੈਸ ਟੈਕਸ ਕਟੌਤੀ ਸੰਬੰਧੀ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਮਿਨੀਮਮ ਵੇਜ ਵਿੱਚ ਵੀ ਵਾਧੇ ਦੀ ਜਾਣਕਾਰੀ ਦਿੱਤੀ ਗਈ ਹੈ। ਸੂਬੇ ਵੱਲੋਂ ਕੀ ਵੱਡੇ ਐਲਾਨ ਕੀਤੇ ਗਏ, ਜਾਣਕਾਰੀ ਤੁਹਾਨੂੰ ਦੇਵਾਂਗੇ ਇਸ ਖਬਰ ਵਿੱਚ। ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਵੱਲੋਂ ਕੁਝ ਖਾਸ ਐਲਾਨ ਕੀਤੇ ਗਏ। ਪ੍ਰੋਵਿੰਸ ਵਿੱਚ ਗੈਸ ਟੈਕਸ ਅੰਦਰ ਕਟੌਤੀ, ਮਿਨੀਮਮ ਵੇਜ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ। ਇਸ ਬਾਰੇ ਪ੍ਰੀਮੀਅਰ ਵੱਲੋਂ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਤੇਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਧਿਆਨ ਵਿੱਚ ਰੱਖਦਿਆਂ ਵੀ ਸੂਬੇ ਵੱਲੋਂ 2 ਟੈਂਪਰੇਰੀ ਮੈਸ਼ਰਸ ਐਲਾਨ ਕੀਤੇ ਗਏ। ਪ੍ਰੋਵਿੰਸ ਵੱਲੋਂ ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਸੰਬੰਧੀ ਜਿਹੜੇ ਟੈਕਸ ਲਗਾਏ ਗਏ ਨੇ ਉਸ ਵਿੱਚ 50% ਕਟੌਤੀ ਦਾ ਐਲਾਨ ਕੀਤਾ ਗਿਆ। ਇਹ ਐਲਾਨ ਜਨਵਰੀ 2023 ਤੱਕ ਲਈ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਵੱਲੋਂ ਮਿਨੀਮਮ ਵੇਜ ਵਿੱਚ ਵਾਧੇ ਦਾ ਵੀ ਐਲਾਨ ਕੀਤਾ ਗਿਆ। ਪਹਿਲਾ ਵਾਧਾ ਅਕਤੂਬਰ ਮਹੀਨੇ ਦੌਰਾਨ ਹੋਵੇਗਾ, ਜਿੱਥੇ ਮਿਨੀਮਮ ਵੇਜ $13.70 ਹੋਵੇਗੀ। ਉਸ ਤੋਂ ਬਾਅਦ ਅਪ੍ਰੈਲ 2023 ਵਿੱਚ ਮਿਨੀਮਮ ਵੇਜ $14.50 ਹੋਣ ਸੰਬੰਧੀ ਦੱਸਿਆ ਗਿਆ। ਇਹ ਵੀ ਗੱਲ ਕਹੀ ਗਈ ਹੈ ਕਿ ਅਕਤੂਬਰ 2023 ਤੱਕ ਮਿਨੀਮਮ ਵੇਜ $15 ਪ੍ਰਤੀ ਘੰਟੇ ਦੇ ਹਿਸਾਬ ਨਾਲ ਮਿਲਿਆ ਕਰੇਗੀ। ਸੂਬੇ ਤੋਂ ਇਸ ਬਾਰੇ ਹੋਰ ਕੀ ਡਿਟੇਲ ਸਾਹਮਣੇ ਆਈ, ਆਓ ਤੁਹਾਨੂੰ ਸੁਣਾਉਂਦੇ ਹਾਂ। Your government may not be able to control the international markets, but we are finding ways and focused on finding ways to help with the stress and strain and financial challenges that you face as we watch the price of everything really rise. As we have always said, we are listening. We are working on evidence-based, responsible, and prudent solutions to impact you and your families. That's precisely what we did in Budget 2022, thanks to the leadership of my friend, Minister Cody. She presented $142 million in investments to help make life more affordable for families in our province and to save you money. Thousands of dollars a year on childcare, hundreds of dollars a year by cutting motor vehicle registration, and by eliminating the sales tax on home insurance. Not to mention the $2,400 a year, year after year, your government is saving you on power bills. And we have continued working with you, hearing you, listening, and now we are acting further. As a result, today we are announcing temporary and targeted measures to help Newfoundlanders and Labradorians with the high cost of living. These include a temporary 50% reduction of the provincial tax on gas and diesel to reduce the price at the pumps by 8 cents a litre, and a one-time home heating supplement for furnace oil. We are also making a commitment to increase the minimum wage to $15 an hour in October 2023, based on the recommendations of the Minimum Wage Review Committee. That said, incremental increases will start this fall, ahead of schedule. To support the smaller employers in our province with that change, our government is providing a 1-year transitional support program of approximately $5 million. ਹਾਦਸੇ ਵਿੱਚ 2 ਰਾਹਗੀਰ ਜ਼ਖਮੀ ਹੋਏ ਨੇ, ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਤੇ ਔਰਤ ਇਸ ਦੌਰਾਨ ਜ਼ਖਮੀ ਹੋਏ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੋਨਾਂ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ। ਐਪਸਫੋਰਡ ਤੋਂ ਇੱਕ ਹਾਦਸੇ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ 2 ਰਾਹਗੀਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ।
ਜ਼ਖਮੀ ਹੋਣ ਵਾਲਿਆਂ ਦੀ ਉਮਰ 88 ਅਤੇ 85 ਸਾਲ ਦੱਸੀ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ 2 ਰਾਹਗੀਰ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਹਨਾਂ ਦੋਨਾਂ ਨੂੰ ਵਾਹਨ ਦੀ ਟੱਕਰ ਲੱਗੀ ਸੀ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ 1:15 ਦੇ ਕਰੀਬ ਵੇਅਰ ਸਟਰੀਟ ਅਤੇ ਬਾਰਕੁਇਨ ਕ੍ਰੈਸੈਂਟ ਨੇੜੇ ਵਾਪਰਿਆ। ਇੱਥੇ ਵਾਹਨ ਦੀ ਟੱਕਰ ਲੱਗਣ ਕਾਰਨ 88 ਸਾਲਾ ਵਿਅਕਤੀ ਤੇ 85 ਸਾਲਾ ਔਰਤ ਜ਼ਖਮੀ ਹੋਏ। ਇਹਨਾਂ ਦੋਨਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲੈ ਕੇ ਜਾਇਆ ਗਿਆ। ਵਾਹਨ ਨੂੰ ਚਲਾਉਣ ਵਾਲਾ ਡਰਾਈਵਰ ਜ਼ਖਮੀ ਨਹੀਂ ਹੋਇਆ, ਜਿਸ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਪੁਲਿਸ ਨੇ ਦੱਸਿਆ ਕਿ ਇਹ ਡਰਾਈਵਰ ਘਟਨਾ ਵਾਲੀ ਥਾਂ ਦੇ ਉੱਪਰ ਹੀ ਮੌਜੂਦ ਸੀ, ਜਿਸ ਵੱਲੋਂ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ। ਐਕਸਪੋਰਟ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਕਿਸੇ ਕੋਲ ਡੈਸ਼ ਕੈਮਰਾ ਫੁਟੇਜ ਹੈ ਤਾਂ ਉਹਨਾਂ ਨਾਲ ਜ਼ਰੂਰ ਸੰਪਰਕ ਕਰਨ। ਪੁਲਿਸ ਨਾਲ 6048595225 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਫਿਲਹਾਲ ਦੋਨਾਂ ਪੀੜਤਾਂ ਦੇ ਨਾਮ ਪੁਲਿਸ ਵੱਲੋਂ ਜਨਤਕ ਨਹੀਂ ਕੀਤੇ ਗਏ। ਕੈਨੇਡਾ ਵਿੱਚ ਮੌਂਕੀਪੌਕਸ ਵਾਇਰਸ ਦੀ ਕੀ ਸਥਿਤੀ ਹੈ, ਹੁਣ ਤੱਕ ਇਸ ਨਾਲ ਜੁੜੇ ਹੋਏ ਕਿੰਨੇ ਮਾਮਲੇ ਸਾਹਮਣੇ ਆ ਚੁੱਕੇ ਨੇ, ਇਸ ਬਾਰੇ ਆਫੀਸ਼ੀਅਲਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਨੇ ਇਸ ਵਾਇਰਸ ਬਾਰੇ ਕੀ ਡਿਟੇਲ ਦਿੱਤੀ ਹੈ, ਜਾਣੋ ਇਸ ਖਬਰ ਰਾਹੀਂ। ਕੈਨੇਡਾ ਵਿੱਚ ਮੌਂਕੀਪੌਕਸ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਇਸ ਬਾਰੇ ਸਿਹਤ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਚੀਫ ਪਬਲਿਕ ਹੈਲਥ ਆਫੀਸ਼ੀਅਲਸ ਵੱਲੋਂ ਦੱਸਿਆ ਗਿਆ ਕਿ ਇੱਥੇ ਕੈਨੇਡਾ ਵਿੱਚ ਹੁਣ ਤੱਕ ਕਿੰਨੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਇਸ ਸੰਬੰਧੀ ਕਿਹੜੀਆਂ ਖਾਸ ਗੱਲਾਂ ਦਾ ਖਿਆਲ ਰੱਖਣ ਦੀ ਜ਼ਰੂਰਤ ਹੈ, ਇਹ ਵੀ ਉਹਨਾਂ ਵੱਲੋਂ ਦੱਸਿਆ ਗਿਆ। ਕੀ ਕਹਿਣਾ ਹੈ ਇਹਨਾਂ ਆਫੀਸ਼ੀਅਲਸ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। The Public Health Agency of Canada has confirmed 25 cases of monkeypox in Quebec. Ontario has now also confirmed 1 case, bringing the total to 26 confirmed cases in Canada to date. We recognize that the emergence of monkeypox may be concerning to people in Canada, especially since the COVID-19 pandemic is still with us. Our understanding of the virus is still evolving, but I want to emphasize that this is a global response. We are working closely with our international, provincial, and territorial partners to keep Canadians safe. Limited cases of monkeypox have been identified in other regions of the world in the past, but never before in Canada. However, we have excellent capacity across our country to quickly detect and guide our response to emerging health security issues. Our National Microbiology Lab, or NML, is world-renowned for its scientific excellence. Currently, the NML is completing whole genome sequencing will help our experts understand the chains of transmission occurring in Canada. The NML is also working actively to facilitate and support laboratory testing capacity in jurisdictions across the country. The agency is engaging with experts to finalize and release public health guidance on case identification, contact tracing, and isolation guidelines, as well as an infection and prevention control guidelines for the healthcare system. As the investigation is ongoing, additional information is still needed to determine the degree of risk for people in Canada. More information will be available in the days and weeks to come. What we do know is that there are different modes of transmission. Spread usually occurs through close contact with an infected individual's bodily fluids, respiratory droplets, or sores, or through direct contact with shared objects. ਮੌਂਕੀਪੌਕਸ ਨਾਲ ਜੁੜੇ ਹੋਏ ਮਾਮਲੇ ਵੱਖ-ਵੱਖ ਦੇਸ਼ਾਂ ਵਿੱਚ ਸਾਹਮਣੇ ਆ ਰਹੇ ਨੇ। ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 10 ਦੇਸ਼ਾਂ ਵਿੱਚ ਹੁਣ ਤੱਕ 200 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਨੇ। ਇਸ ਬਾਰੇ ਉਹਨਾਂ ਨੇ ਹੋਰ ਕੀ ਡਿਟੇਲ ਦਿੱਤੀ ਹੈ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਮੌਂਕੀਪੌਕਸ ਵਾਇਰਸ ਦਾ ਫੈਲਾਅ ਹੁਣ ਤੱਕ ਕਈ ਦੇਸ਼ਾਂ ਵਿੱਚ ਹੋ ਚੁੱਕਾ ਹੈ। ਕਈ ਦੇਸ਼ਾਂ ਵਿੱਚੋਂ ਇਸ ਨਾਲ ਜੁੜੇ ਹੋਏ ਮਾਮਲੇ ਸਾਹਮਣੇ ਆ ਚੁੱਕੇ ਨੇ। ਵਿਸ਼ਵ ਸਿਹਤ ਸੰਗਠਨ ਵੱਲੋਂ ਲਗਾਤਾਰ ਇਸ ਨਵੇਂ ਵਾਇਰਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। WHO ਦੇ ਦੱਸਣ ਮੁਤਾਬਕ 20 ਦੇਸ਼ਾਂ ਵਿੱਚ ਇਸ ਨਾਲ ਜੁੜੇ ਹੋਏ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਕੁੱਲ 200 ਦੇ ਕਰੀਬ ਮਾਮਲਿਆਂ ਬਾਰੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ। ਇਹ ਜਾਣਕਾਰੀ ਉਹਨਾਂ ਵੱਲੋਂ ਪਬਲਿਕ ਬਰੀਫਿੰਗ ਵਿੱਚ ਦਿੱਤੀ ਗਈ, ਜਿੱਥੇ ਇਸ ਨਾਲ ਜੁੜੇ ਹੋਏ ਕਈ ਵਿਚਾਰ ਸਾਂਝੇ ਕੀਤੇ ਗਏ ਨੇ। ਇਸ ਦੌਰਾਨ ਇਸ ਨਵੇਂ ਵਾਇਰਸ ਜਾਣੀ ਕਿ ਮੌਂਕੀਪੌਕਸ ਵਾਇਰਸ ਬਾਰੇ ਕੀ ਡਿਟੇਲ ਦਿੱਤੀ ਗਈ, ਆਓ ਤੁਹਾਨੂੰ ਸੁਣਾਉਂਦੇ ਹਾਂ। Definition of contact, I encourage you to consult already 2 documents that are available online. One is on contact tracing, investigation, and isolation, and that one is already there. Of course, these are very interim updates that were put up within a matter of days, and we will be taking consultations from our expert groups and updating as needed. The second one that's already online, as was shown in the slide, is the how to do laboratory testing for monkeypox, and again, that will be updated quickly. But there's precious information there already for you on the WHO website, Monkeypox Health Topic page.
In terms of the rest of the questions, they were primarily around immunization and vaccines. So we do have, as Dr. Briand mentioned, one vaccine that is approved for monkeypox. It is approved in two regions, the United States of America and Health Canada. It is not yet approved by other stringent regulatory authorities. It is a new product. It is the result of decades of research on smallpox countermeasures. And as far as we know, smallpox countermeasures may be protective against monkeypox, but you can imagine that there's not been time to do a lot of research, certainly nothing on smallpox in the last 40 years in terms of human studies, clinical trials, and field studies. There are human studies, but there's safety and immunogenicity studies. What I mean is that we don't have field studies and large-scale clinical trials for these products. So this product is new. It has been approved, and it does not have WHO pre-qualification status at this time. It is something that WHO, of course, was already working on, but activity will need to be accelerated. So at the moment, the technical advisory group around smallpox and monkeypox vaccines was already scheduled to meet. So that meeting was brought forward, and we do have guidance. It is not yet online, but we do have guidance from the SAGE ad hoc working group on smallpox and monkeypox vaccines. What we have been advised so far is that there is no need for mass vaccination. There is no need. ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਹੜੇ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਸਮੇਂ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਓਨਟਾਰੀਓ ਦੇ ਹਸਪਤਾਲ ਵਿੱਚ 900 ਦੇ ਕਰੀਬ ਮਰੀਜ਼ਾਂ ਦੀ ਗਿਣਤੀ ਦੱਸੀ ਜਾ ਰਹੀ ਹੈ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਤੋਂ ਪਹਿਲਾਂ 1000 ਤੋਂ ਵੱਧ ਮਰੀਜ਼ ਹਸਪਤਾਲ ਵਿੱਚ ਭਰਤੀ ਹੋਣ ਬਾਰੇ ਜਾਣਕਾਰੀ ਲਗਾਤਾਰ ਸਾਹਮਣੇ ਆ ਰਹੀ ਸੀ। ਹਸਪਤਾਲ ਵਿੱਚ 998 ਦੀ ਗਿਣਤੀ ਦੱਸੀ ਗਈ, ਜਿਨ੍ਹਾਂ ਨੂੰ ਕੋਰੋਨਾ ਵਾਇਰਸ ਕਾਰਨ ਭਰਤੀ ਕਰਵਾਇਆ ਗਿਆ। ਇੰਟੈਂਸਿਵ ਕੇਅਰ ਅਧੀਨ 154 ਦਾ ਅੰਕੜਾ ਸਾਂਝਾ ਕੀਤਾ ਗਿਆ। ਬੀਤੇ 24 ਘੰਟਿਆਂ ਦੌਰਾਨ ਓਨਟਾਰੀਓ ਤੋਂ 1000 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ। 24 ਘੰਟਿਆਂ ਦੌਰਾਨ 1096 ਮਾਮਲੇ ਦਰਜ ਕੀਤੇ ਗਏ। ਪ੍ਰੋਵਿੰਸ ਵਿੱਚ ਹੁਣ ਤੱਕ ਕੁੱਲ 12,99,874 ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਕੋਰੋਨਾ ਵਾਇਰਸ ਕਾਰਨ ਬੀਤੇ 24 ਘੰਟਿਆਂ ਦੌਰਾਨ ਓਨਟਾਰੀਓ ਸੂਬੇ ਵਿੱਚ 15 ਮੌਤਾਂ ਹੋ ਗਈਆਂ, ਜਿਸ ਤੋਂ ਬਾਅਦ ਹੁਣ ਤੱਕ ਕੁੱਲ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ 13,210 ਦੇ ਉੱਪਰ ਪਹੁੰਚ ਗਿਆ। ਰਿਕਵਰਡ ਕੇਸਿਸ ਦੀ ਗਿਣਤੀ 12,74,661 ਦੱਸੀ ਗਈ। ਇਸ ਤੋਂ ਇਲਾਵਾ 24 ਘੰਟਿਆਂ ਦੌਰਾਨ 1,576 ਮਰੀਜ਼ ਕੋਰੋਨਾ ਵਾਇਰਸ ਤੋਂ ਠੀਕ ਹੋਏ ਨੇ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 12 ਸਾਲ ਤੇ ਇਸ ਤੋਂ ਵੱਧ ਉਮਰ ਵਾਲਿਆਂ ਵਿੱਚ 91.3% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 2 ਟੀਕੇ, 93.2% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 57% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 3 ਡੋਜ਼ ਹਾਸਲ ਕੀਤੇ ਗਏ ਨੇ। 5 ਸਾਲ ਤੋਂ 11 ਸਾਲ ਵਾਲਿਆਂ ਵਿੱਚ 56.6% ਦੀ ਆਬਾਦੀ ਉਹ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਤੇ 36.1% ਵੱਲੋਂ ਦੋਨੋਂ ਟੀਕੇ ਲਗਵਾਏ ਗਏ। ਕਿਊਬਿਕ ਸੂਬੇ ਦੇ ਹਸਪਤਾਲ ਵਿੱਚ 1000 ਤੋਂ ਵੱਧ ਮਰੀਜ਼ਾਂ ਦੀ ਗਿਣਤੀ ਦੱਸੀ ਗਈ। ਹਸਪਤਾਲ ਵਿੱਚ 1288 ਦੇ ਬਾਰੇ ਜਾਣਕਾਰੀ ਸਾਹਮਣੇ ਆਈ, ਜਿਨ੍ਹਾਂ ਨੂੰ ਕੋਰੋਨਾ ਵਾਇਰਸ ਕਾਰਨ ਭਰਤੀ ਕਰਵਾਇਆ ਗਿਆ। ਇੰਟੈਂਸਿਵ ਕੇਅਰ ਅਧੀਨ 36 ਮਰੀਜ਼ ਦੱਸੇ ਜਾ ਰਹੇ ਨੇ। ਸੂਬੇ ਵਿੱਚ 24 ਘੰਟਿਆਂ ਦੌਰਾਨ 500 ਤੋਂ ਵੱਧ ਮਾਮਲੇ ਦਰਜ ਕੀਤੇ ਗਏ। 24 ਘੰਟਿਆਂ ਦੌਰਾਨ 590 ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਤੇ 10 ਮੌਤਾਂ ਕੋਰੋਨਾ ਵਾਇਰਸ ਕਾਰਨ ਹੋ ਗਈਆਂ। ਹੁਣ ਤੱਕ ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ 10,61,331 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 15,400 ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 5 ਸਾਲ ਤੇ ਇਸ ਤੋਂ ਵੱਧ ਉਮਰ ਵਾਲਿਆਂ ਵਿੱਚ 91% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 55% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 3 ਟੀਕੇ, 14% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 4 ਟੀਕੇ ਲਗਵਾਏ ਗਏ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਪੰਜਾਬੀ ਦੇ ਜਿਨਸੀ ਹਮਲੇ ਦੇ ਦੋਸ਼ ਪੁਲਿਸ ਵੱਲੋਂ 66 ਸਾਲਾ ਵਿਅਕਤੀ ਗ੍ਰਿਫਤਾਰ। ਕੈਨੇਡਾ ਸਰਕਾਰ ਕਰੇਗੀ ਹਥਿਆਰਾਂ ਸੰਬੰਧੀ ਸਖਤੀ, ਆਉਣ ਵਾਲੇ ਦਿਨਾਂ ਵਿੱਚ ਹੋਵੇਗਾ ਐਲਾਨ। ਇਮੀਗ੍ਰੈਂਟਸ ਨੂੰ ਹੋ ਸਕਦੀ ਹੈ ਪਰੇਸ਼ਾਨੀ, ਕਿਊਬਿਕ ਸੂਬੇ ਤੋਂ ਆਈ ਜਾਣਕਾਰੀ। ਐਕਸਪ੍ਰੈਸ ਐਂਟਰੀ ਵਿੱਚ ਬਦਲਾਵ, ਨਵੇਂ ਕੰਮਾਂ ਦੀ ਲਿਸਟ ਜਾਰੀ। ਬ੍ਰਿਟਿਸ਼ ਕੋਲੰਬੀਆ ਫੈਰੀਜ਼ ਵੱਲੋਂ $10,000 ਸਾਈਨ ਇਨ ਬੋਨਸ ਦਾ ਐਲਾਨ, ਸਕਿਲਡ ਵਰਕਰਾਂ ਵਾਸਤੇ ਕੀਤਾ ਗਿਆ ਐਲਾਨ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।